ਅੱਜ ਅਸੀਂ ਇੱਕ ਖਾਸ ਮੁੱਦੇ ਤੇ ਐਕਸਪਲੇਨਰ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਏ ਹਾਂ। ਸਦਨ ਨੇ ਉੱਪਰ ਲਾ ਤੇ ਹੇਠ ਲਾ, ਜਿਸ ਨੂੰ ਦੋ ਸਦਨ ਕਿਹਾ ਜਾਂਦਾ ਹੈ, ਲੋਕ ਸਭਾ ਤੇ ਰਾਜ ਸਭਾ। ਬਿੱਲ ਪਾਸ ਕਿਸ ਤਰੀਕੇ ਨਾਲ ਹੁੰਦਾ ਹੈ ਤੇ ਜੇ ਉਸ ਬਿੱਲ ਨੂੰ ਰੋਕਣਾ ਹੋਵੇ ਤਾਂ ਉਹ ਬਿੱਲ ਰੁਕਦਾ ਕਿਸ ਤਰੀਕੇ ਨਾਲ ਹੈ। ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ ਹੈ ਦਿੱਲੀ ਸਰਕਾਰ ਦੀ ਮਾਰਫਤ ਕਿ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦਾ ਅਧਿਕਾਰ ਉਹਨਾਂ ਕਿਹਾ ਕਿ ਹੋਣਾ ਚਾਹੀਦਾ। ਉਸ ਤੋਂ ਬਾਅਦ ਕਹਾਣੀ ਜਿਹੜੀ ਸੀ ਉਹ ਕੇਂਦਰ ਬਨਾਮ ਦਿੱਲੀ ਸਰਕਾਰ ਹੋ ਗਈ। ਪਰ ਕੇਂਦਰ ਸਰਕਾਰ ਨੇ ਇੱਥੇ ਇੱਕ ਪੈਂਤੜਾ ਖੇਡਿਆ ਤੇ ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆ ਗਈ, ਜਿਸ ਨਾਲ ਤਕਰੀਬਨ ਇਹ ਫੈਸਲਾ ਪਲਟ ਗਿਆ ਔਰ ਇਸ ਕਰਕੇ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸੋਧ ਆਰਡੀਨੈਂਸ 2023 ਲੈ ਕੇ ਆਈ ਹੈ। ਉਸਦਾ ਨਾਮ ਹੈ ਪੂਰਾ। ਕੇਜਰੀਵਾਲ ਇਹ ਕਹਿ ਰਹੇ ਨੇ ਕਿ ਕੇਂਦਰ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਜੇ ਫੈਸਲਾ ਉਹਨਾਂ ਦੇ ਖਿਲਾਫ ਆਇਆ ਤਾਂ ਇਸ ਤਰੀਕੇ ਨਾਲ ਆਰਡੀਨੈਂਸ ਲੈ ਆਉਣਗੇ, ਜੋ ਕਿ ਉਹ ਲੈ ਆਏ। ਅਸਲ ਜਿਹੜਾ ਪੇਚ ਫਸਦਾ ਹੈ ਉਹ ਫਸਦਾ ਹੈ ਰਾਜ ਸਭਾ ਦੇ। ਸਤਿ ਸ਼੍ਰੀ ਅਕਾਲ ਜੀ, ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਅੱਜ ਅਸੀਂ ਇੱਕ ਖਾਸ ਮੁੱਦੇ ਤੇ ਐਕਸਪਲੇਨਰ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਏ ਹਾਂ ਔਰ ਉਹ ਐਕਸਪਲੇਨਰ ਹੈ ਕਿ ਜਿਹੜੇ ਸਦਨ ਨੇ ਉੱਪਰ ਲਾ ਤੇ ਹੇਠ ਲਾ, ਜਿਸ ਨੂੰ ਦੋ ਸਦਨ ਕਿਹਾ ਜਾਂਦਾ ਹੈ, ਲੋਕ ਸਭਾ ਤੇ ਰਾਜ ਸਭਾ, ਇਹਨਾਂ ਦੋਨਾਂ ਸਦਨਾਂ ਦੇ ਵਿੱਚ ਜਦੋਂ ਕੋਈ ਬਿੱਲ ਆਉਂਦਾ ਹੈ, ਉਹ ਬਿੱਲ ਪਾਸ ਕਿਸ ਤਰੀਕੇ ਨਾਲ ਹੁੰਦਾ ਹੈ ਤੇ ਜੇ ਉਸ ਬਿੱਲ ਨੂੰ ਰੋਕਣਾ ਹੋਵੇ ਤਾਂ ਉਹ ਬਿੱਲ ਰੁਕਦਾ ਕਿਸ ਤਰੀਕੇ ਨਾਲ ਹੈ। ਯਾਨੀ ਜੇ ਸਿੱਧੀ ਜੀ ਗੱਲ ਕਰੀਏ ਤਾਂ ਗਿਣਤੀ ਤੇ ਨਿਰਭਰ ਕਰਦਾ ਹੈ, ਮੈਂਬਰਾਂ ਦੀ ਗਿਣਤੀ। ਜੇ 542 ਨੇ ਲੋਕ ਸਭਾ ਦੇ ਵਿੱਚ ਤਾਂ ਜਿਹੜੀ ਪਾਰਟੀ ਵੱਲ ਬਹੁਤ ਗਿਣਤੀ ਹੈ ਉਹ ਆਪਣੇ ਬਿੱਲ ਪਾਸ ਕਰਾ ਲੈਂਦੀ ਹੈ। ਮਸਲਨ ਇਸ ਵੇਲੇ ਮੌਜੂਦਾ ਸੱਤਾਧਾਰੀ ਧਿਰ ਬੀਜੇਪੀ ਹੈ ਕੇਂਦਰ ਦੇ ਵਿੱਚ, ਤਾਂ ਜਿਹੜਾ ਲੋਕ ਸਭਾ ਦੇ ਵਿੱਚ ਬਿੱਲ ਆਉਂਦਾ ਉਹ ਪਾਸ ਹੋ ਜਾਂਦਾ ਹੈ ਕਿਉਂਕਿ ਬਹੁਤ ਗਿਣਤੀ ਦੇ ਆਧਾਰ ਤੇ ਬਿੱਲ ਪਾਸ ਹੋਣਾ ਹੁੰਦਾ ਹੈ। ਪਰ ਦੂਸਰੇ ਪਾਸੇ ਜਿਹੜੀ ਰਾਜ ਸਭਾ ਹੈ, ਰਾਜ ਸਭਾ ਦੇ ਵਿੱਚ ਹਰ ਪਾਰਟੀ ਦੇ ਨੁਮਾਇੰਦੇ ਨੇ, ਹਰ ਪਾਰਟੀ ਦੀ ਸ਼ਮੂਲੀਅਤ ਹੈ ਔਰ ਰਾਜ ਸਭਾ ਦੇ ਵਿੱਚ ਜੇ ਬਿੱਲ ਪਾਸ ਕਰਾਉਣਾ ਹੋਵੇ ਤਾਂ ਰਾਜ ਸਭਾ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਬਿੱਲ ਰੁਕ ਜਾਂਦਾ ਜਾਂ ਉੱਥੇ ਅੜਚਨਾ ਪੈ ਜਾਂਦੀਆਂ। ਉੱਥੇ ਸੌਖਾ ਨਹੀਂ ਹੁੰਦਾ। ਪਹਿਲਾਂ ਵੀ ਜਿਹੜੇ ਬਿੱਲ ਪਾਸ ਹੋਏ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ, ਬਹੁਤ ਸਾਰੀਆਂ ਅੜਚਨਾ ਆਉਂਦੀਆਂ ਰਹਿੰਦੀਆਂ ਨੇ। ਖਾਸ ਕਰਕੇ ਜਦੋਂ ਵਿਰੋਧੀ ਪਾਰਟੀਆਂ ਸਹਿਮਤ ਨਾ ਹੋਣ ਤਾਂ ਉਹ ਫਿਰ ਇੱਕ ਪਾਸੇ ਇਕੱਠੀਆਂ ਹੋ ਜਾਂਦੀਆਂ ਤੇ ਉੱਥੇ ਕਈ ਬਿੱਲ ਪਾਸ ਨਹੀਂ ਹੁੰਦੇ। ਇਹ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਅੱਜ ਕਿਉਂਕਿ ਇੱਕ ਤਾਜ਼ਾ ਮਾਮਲਾ ਜਿਹੜਾ ਹੈ, ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ ਹੈ ਦਿੱਲੀ ਸਰਕਾਰ ਦੀ ਮਾਰਫਤ। ਦਿੱਲੀ ਸਰਕਾਰ ਦਾ ਜਿਹੜੇ ਸੰਵਿਧਾਨਿਕ ਕੰਮਕਾਜ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਤੇ ਉਸ ਫੈਸਲੇ ਤੋਂ ਤੁਰੰਤ ਬਾਅਦ ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਆਈ ਔਰ ਫਿਰ ਆਪਣਾ ਜਿਹੜਾ ਇੱਕ ਤਰੀਕੇ ਨਾਲ ਪੁਰਾਣਾ ਫੈਸਲਾ ਸੀ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸੋ ਇਸ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਫੈਸਲਾ ਕੀ ਦਿੱਤਾ ਦਿੱਲੀ ਸਰਕਾਰ ਦੇ ਸੰਦਰਭ ਦੇ ਵਿੱਚ। 11 ਮਈ ਨੂੰ ਸੁਪਰੀਮ ਕੋਰਟ ਨੇ ਜਿਹੜਾ ਸੰਵਿਧਾਨਿਕ ਬੈਂਚ ਹੈ ਉਸਨੇ ਦਿੱਲੀ ਸਰਕਾਰ ਦੇ ਹੱਕ 'ਚ ਫੈਸਲਾ ਦਿੱਤਾ ਹੈ ਕਿ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦਾ ਅਧਿਕਾਰ ਉਹਨਾਂ ਕਿਹਾ ਕਿ ਹੋਣਾ ਚਾਹੀਦਾ, ਦੇ ਦੇਣਾ ਚਾਹੀਦਾ। ਬੈਂਚ ਨੇ ਕਿਹਾ ਕਿ ਉਪ ਰਾਜਪਾਲ ਦੇ ਕੋਲ ਦਿੱਲੀ ਦੇ ਸਾਰੇ ਪ੍ਰਸ਼ਾਸਨਿਕ ਮਾਮਲਿਆਂ ਦੀ ਨਿਗਰਾਨੀ ਦਾ ਅਧਿਕਾਰ ਨਹੀਂ ਹੋ ਸਕਦਾ, ਲੈਫਟੀਨੈਂਟ ਗਵਰਨਰ ਦੇ ਕੋਲ, ਜਿਹਨੂੰ ਲੈ ਕੇ ਅਕਸਰ ਕੇਜਰੀਵਾਲ ਮੁੱਦਾ ਚੁੱਕਦੇ ਨੇ। ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਵੀ ਕਿਹਾ ਕਿ ਲੈਫਟੀਨੈਂਟ ਗਵਰਨਰ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਹਰ ਅਧਿਕਾਰ ਦੇ ਵਿੱਚ ਦਖਲ ਨਹੀਂ ਦੇ ਸਕਦਾ। ਸੋ ਅਧਿਕਾਰੀਆਂ ਦੀ ਤੈਨਾਤੀ ਤਬਾਦਲੇ ਦਾ ਅਧਿਕਾਰ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਦੇ ਕੋਲ ਹੋਣਾ ਚਾਹੀਦਾ। ਇਹ ਗੱਲ ਸੁਪਰੀਮ ਕੋਰਟ ਨੇ ਕਈ ਯਾਨੀ ਦਿੱਲੀ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਸੁਣਾਇਆ, ਜੋ ਅਕਸਰ ਅਰਵਿੰਦ ਕੇਜਰੀਵਾਲ ਮੰਗ ਰੱਖਦੇ ਹੁੰਦੇ ਸੀ। ਸੋ ਉਸ ਤੋਂ ਬਾਅਦ ਕਹਾਣੀ ਜਿਹੜੀ ਸੀ ਉਹ ਕੇਂਦਰ ਬਨਾਮ ਦਿੱਲੀ ਸਰਕਾਰ ਹੋ ਗਈ ਕਿਉਂਕਿ ਜਦੋਂ 11 ਤਰੀਕ ਨੂੰ ਫੈਸਲਾ ਆਇਆ ਦਿੱਲੀ ਸਰਕਾਰ ਦੇ ਹੱਕ 'ਚ ਤਾਂ ਆਮ ਆਦਮੀ ਪਾਰਟੀ ਨੇ ਇਸ ਨੂੰ ਕੇਜਰੀਵਾਲ ਸਰਕਾਰ ਦੀ ਜਿੱਤ ਕਿਹਾ। ਉਹਨਾਂ ਕਿਹਾ ਕਿ ਇਹ ਕੇਸ ਕੇਜਰੀਵਾਲ ਬਨਾਮ ਕੇਂਦਰ ਸਰਕਾਰ ਸੀ। ਐਲਜੀ ਰਾਹੀਂ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਦਬਾਉਣ ਦਾ ਕੰਮ ਕਰ ਰਹੀ ਸੀ, ਉਹਨਾਂ ਨੂੰ ਕੰਟਰੋਲ ਕਰ ਰਹੀ ਸੀ ਤੇ ਇਸ ਫੈਸਲੇ ਨਾਲ ਉਹਨਾਂ ਕਿਹਾ ਕਿ ਹੁਣ ਅਸੀਂ ਫ੍ਰੀ ਹੋ ਕੇ ਆਪਦਾ ਇੰਡੀਪੈਂਡੈਂਟਲੀ ਕੰਮ ਕਰ ਸਕਾਂਗੇ। ਪਰ ਕੇਂਦਰ ਸਰਕਾਰ ਨੇ ਇੱਥੇ ਇੱਕ ਪੈਂਤੜਾ ਖੇਡਿਆ ਤੇ ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆ ਗਈ, ਜਿਸ ਨਾਲ ਤਕਰੀਬਨ ਇਹ ਫੈਸਲਾ ਪਲਟ ਗਿਆ। ਹਾਲਾਂਕਿ ਕਈ ਮਾਹਰ ਇਹ ਵੀ ਕਹਿੰਦੇ ਨੇ ਕਿ ਅਸਹਿਣਸ਼ੀਲਤਾ ਤੇ ਰੱਸਾਕਸ਼ੀ ਦੀ ਸਿਆਸਤ ਹੈ, ਪਰ ਕੇਂਦਰ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ ਔਰ ਆਰਡੀਨੈਂਸ ਲਿਆਉਣ ਦੇ ਪਿੱਛੇ ਕੇਂਦਰ ਦੇ ਤਰਕ ਕੀ ਨੇ। ਕੇਂਦਰ ਇਹ ਗੱਲ ਕਹਿ ਰਹੀ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇਸ ਤੇ ਪੂਰੇ ਦੇਸ਼ ਦਾ ਹੱਕ ਹੈ ਤੇ ਪਿਛਲੇ ਕੁਝ ਸਮੇਂ ਤੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੀ ਪ੍ਰਸ਼ਾਸਨਿਕ ਸ਼ਾਨ ਨੂੰ ਠੇਸ ਪਹੁੰਚਾਈ ਹੈ। ਇਹ ਗੱਲ ਕੇਂਦਰ ਕਹਿ ਰਿਹਾ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਭਵਨ, ਸੰਸਦ, ਸੁਪਰੀਮ ਕੋਰਟ ਵਰਗੇ ਕਈ ਮਹੱਤਵਪੂਰਨ ਰਾਸ਼ਟਰੀ ਅੰਤਰਰਾਸ਼ਟਰੀ ਅਦਾਰੇ ਦਿੱਲੀ 'ਚ ਨੇ ਤੇ ਜੇ ਕੋਈ ਪ੍ਰਸ਼ਾਸਨਿਕ ਗਲਤੀ ਹੁੰਦੀ ਹੈ ਨਾ, ਇਸ ਨਾਲ ਪੂਰੀ ਦੁਨੀਆ 'ਚ ਦੇਸ਼ ਦਾ ਅਕਸ ਖਰਾਬ ਹੋਏਗਾ।
इस करके उन्होंने कहा कि ये कंट्रोल केंद्र के कोल किसी भी तरीके नाल होवे रहना चाहिए, पूरा दिल्ली के हत्थ च नहीं दिता जा सकता। और इसनूं लैके उन्होंने कहा कि राजधानी च लए गए किसी भी फैसले या घटना का असर इत्थों के स्थानक लोगों पर नहीं बल्कि पूरे देश के नागरिकों पर पैंदा है। और इस करके दिल्ली सरकार राष्ट्रीय राजधानी खेतर दिल्ली सोध ऑर्डीनेंस 2023 लैके आई है। उसका नाम है पूरा जिहड़ा ऑर्डीनेंस केंद्र सरकार ने लिया, जिसकी चर्चा बहुत हो रही है कि राष्ट्रीय राजधानी खेतर दिल्ली सोध ऑर्डीनेंस 2023। तो इस तहत दिल्ली च सेवा निभा रहे जिहड़े डैनिक्स कैडर है ग्रुप ए के जिहड़े अधिकारी ने उन्होंने तबादले ते उन्हां खिलाफ अनुशासनी कार्रवाई के लिए राष्ट्रीय राजधानी पब्लिक सर्विस अथॉरिटी का एक गठन किया जाएगा। और वो अथॉरिटी जिहड़ी है फाइनली जवाबदेह होएगी देश के जिहड़े दिल्ली के लैफ्टिनेंट गवर्नर नूं। डैनिक्स जिहड़ा कैडर है उसका मतलब है दिल्ली, अंडेमान निकोबार, लक्षद्वीप, दमन दीव, दादरा नगर हवेली सिविल सर्विसिज। ये जिहड़ियां जिहड़े वख-वख नाम जिहड़े असीं लए ने। अथॉरिटी दे कोल ग्रुप ए ते डैनिक्स के अधिकारियों के तबादले ते नियुक्तियां संबंधी फैसले लैण का अधिकार होएगा, पर अंतिम मोहर उप राज्यपाल की लगेगी ऑर्डीनेंस के मुताबिक। तो जेकर लैफ्टिनेंट गवर्नर नूं अथॉरिटी वालों लिया गया फैसला ठीक नहीं लगता तो इसनूं बदलाव के लिए वापस भी कर सकते हैं। तो जे मतभेद रहिंदे है फिर भी तो आखिरी फैसला फिर लैफ्टिनेंट गवर्नर का ही होएगा। 3 मैंबर ने अथॉरिटी च दिल्ली के CM, दिल्ली के चीफ सैकटरी ते दिल्ली के होम सैकटरी। सो मुख्यमंत्री अथॉरिटी के चेयरमैन ने। पर हुण सवाल ये खड़ा हो गया कि केजरीवाल ये कह रहे हैं कि केंद्र ने पहले ही सोच लिया सी कि जे फैसला उन्होंने खिलाफ आया तो इस तरीके नाल ऑर्डीनेंस ले आउणगे, जो कि वो ले आए। सो हुण रस्ते की बचते हैं। सवाल सब तो वड्डा यह है कि हुण रस्ते अगे की बचते हैं अरविंद केजरीवाल कोल। अरविंद केजरीवाल नूं पता है इस गल का, या हर कोई जानता है कि लोक सभा दे विच ते ये ऑर्डीनेंस बिल की शक्ल ले लेगा, उत्थे पास हो जाना है। उत्थे लोक सभा दे विच बीजेपी दे कोल या NDA दे कोल पूरा समर्थन है। पर असल जिहड़ा पेच फसदा है वो फसदा है राज सभा दे विच। राज सभा दे विच गिणतियां मिणतियां कुछ ऐसियां ने कि उत्थे इस बिल नूं पास होण तो रोकिया भी जा सकदा है, पर उसके लिए की कुछ करना है जिसकी तैयारी च अरविंद केजरीवाल जुड़े हुए हैं, ये बहुत अहम है। हुण इस ऑर्डीनेंस नूं रोकण लई केजरीवाल विरोधी धिरां नूं इकट्ठा करके केंद्र की घेराबंदी दे विच जुट गए हैं, क्योंकि लोक सभा च भाजपा बहुत गिणती च है पर राज सभा च भाजपा मैंबरां की गिणती काफ़ी घट है। सो केजरीवाल की एक कोशिश है कि राज सभा दे विच इस बिल नूं किसी तरीके पास होने तो रोकया जाए, तो उहदे लई ओह वख-वख पार्टियां दे नेतावां नूं मिल रहे हैं, समर्थन मांग रहे हैं। पिछले दिनी वैस्ट बंगाल गए, ममता बनर्जी नूं मिले, शिव सेना उद्धव ठाकरे नूं मिले, NCP दे शरद पवार नूं मिले, नीतीश कुमार, तेजस्वी यादव, KCR, सीताराम येचुरी वगैरह बहुत सारे आगूआं नूं मिल चुके हैं। राज सभा दे विच नंबर गेम है। नंबर गेम जे असीं देखीए कुल मैंबर हुंदे है 245, मौजूदा समय च मैंबर ने 238, 7 मैंबर घट ने, ते बहुमत के आंकड़े के लिए 120 चाहिए। 120 की जरूरत है। जे 120 ऑर्डीनेंस के हक च वोट कर देंगे है तो फिर वो बिल राज सभा दे विच पास हो जाएगा। इस वेले NDA के कोल या NDA जिहड़े बीजेपी ते उन्हां दे समर्थक दल ने उन्हां दे कोल 110 की गिणती है, जिहदे च बीजेपी दे 93 है, AIADMK दे 4 है, बाकी छोटे दल 8 है, ते नॉमीनेटेड मैंबर 5 ने। UPA दूजे पासे कांग्रेस के समर्थन वाले दल, कांग्रेस पार्टी ते उन्हां दे समर्थन वाले दल, उन्हां दे कोल 64 मैंबर ने। 31 कांग्रेस दे है, DMK दे 10 है, RJD दे 6 है, JDU दे 5 है, NCP दे 4 है, शिव सेना उद्धव गुट दे 3 है, JMM दे 2 है, तो होर जिहड़े बाकी दल ने 2 ने। इस तो इलावा एक होर ग्रुप है जिहड़े बाकी दल ने वक्खो वक्खरे जिहड़े चलते हैं, उन्हां दे 64 मैंबर है, जिहदे चों खुद आम आदमी पार्टी दे 10 है, TMC दे 12 है, BJD बीजू जनता दल उन्हां दे 9 है, YSR दे भी 9 है जो जगनमोहन रेड्डी की पार्टी है, BRS दे 7 है, लैफ्ट फ्रंट दे 7 है, समाजवादी पार्टी दे 3 ने, बहुजन समाज पार्टी का 1 है, JDS का 1 है, तो जिहड़े होर छोटे दल ने वो 5 ने। 7 सीटां राज सभा दे विच खाली ने, 5 नॉमीनेटेड मैंबर ने, पर वो नॉमीनेटेड मैंबर वोट पा सकते हैं। सो हुण गल आ गई गुणा घटाओ दी, जोड़ घटाओ दी। जे भाजपा नूं उन्हां दे सारे सहयोगी दल ते नॉमीनेटेड मैंबर वोट पा भी दिंदे आ तां बहुमत 110 तक जांदा है, चाहिदा 120 है, 10 का आंकड़ा घटदा है। सो ऐसे विच एक ते अहम भूमिका जिहड़ी है वो आ जांदी है जगनमोहन रेड्डी ते नवीन पटनायक दी, बीजू जनता दल ते YSR दी, इन्हां दोनां दे, क्योंकि राज सभा दे विच 9 मैंबर ने। सो जे केजरीवाल इन्हां दा समर्थन लैण च कामयाब हो जाते हैं तो भाजपा दे लई बिल पास कराउणा मुश्किल हो जाएगा। पर इस सब दे विच सब तो अहम है कांग्रेस। कांग्रेस पार्टी जे समर्थन करती है
ਆਮ ਆਦਮੀ ਪਾਰਟੀ ਨੂੰ, ਫਿਰ ਹੀ ਇਹ ਜਿਹੜਾ ਹੈ ਬਿੱਲ ਉੱਥੇ ਅਟਕ ਸਕਦਾ ਹੈ। ਜੇ ਕਾਂਗਰਸ ਨੇ ਫੈਸਲਾ ਨਾ ਲਿਆ ਤੇ ਫਿਰ ਇਹਨੂੰ ਕੋਈ ਰੋਕਣ ਦੇ ਵਿੱਚ, ਕਿਉਂਕਿ ਗਿਣਤੀ ਫਿਰ ਬਹੁਤ ਥੱਲੇ ਆ ਜਾਂਦੀ ਹੈ ਔਰ ਫਿਰ ਤੁਹਾਨੂੰ ਉਨੇ ਅੰਕੜੇ ਦੀ ਜ਼ਰੂਰਤ ਨਹੀਂ ਹੁੰਦੀ। ਸੋ ਇਸ ਵੇਲੇ ਕਾਂਗਰਸ ਤੇ ਜਿਹੜੀ ਸਾਰੀ ਗੇਮ ਹੈ ਉਹ ਅਟਕੀ ਹੈ। ਸਮਰਥਨ ਮੰਗਿਆ ਆਮ ਆਦਮੀ ਪਾਰਟੀ ਨੇ, ਪਰ ਕਾਂਗਰਸ ਨੇ ਹਲੇ ਦਿੱਤਾ ਨਹੀਂ, ਕਿਉਂਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਇਕਾਈ ਹੈ ਉਹ ਕਿਤੇ ਨਾ ਕਿਤੇ ਇਸ ਦੇ ਹੱਕ 'ਚ ਨਹੀਂ ਹੈ। ਪੰਜਾਬ ਦੀ ਇਕਾਈ ਮਿਲ ਵੀ ਚੁੱਕੀ ਹੈ, ਕਿਉਂਕਿ ਪੰਜਾਬ ਇਕਾਈ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਨਾਲ ਖੁੰਦਕ ਕੱਢ ਰਹੀ ਹੈ ਜਾਂ ਉਹਨਾਂ ਦੇ ਨਾਲ ਸਿਆਸੀ ਰੰਜਿਸ਼ ਤਹਿਤ ਕੇਸ ਦਰਜ ਕਰ ਰਹੀ ਹੈ। ਇਸ ਕਰਕੇ ਉਹਨਾਂ ਕਿਹਾ ਕਿ ਇਸ ਬਿੱਲ ਦੇ ਮਾਮਲੇ ਤੇ ਸਮਰਥਨ ਦੇਣਾ ਨਹੀਂ ਬਣਦਾ। ਪਰ ਕਿਉਂਕਿ ਅੰਤਿਮ ਫੈਸਲਾ ਹਾਈ ਕਮਾਨ ਨੇ ਲੈਣਾ ਹੈ, ਪੰਜਾਬ ਦੇ ਆਗੂ ਮਿਲ ਕੇ ਵੀ ਆਏ ਹੈ, ਪਰ ਹਜੇ ਫੈਸਲਾ ਕਾਂਗਰਸ ਵੱਲੋਂ ਨਹੀਂ ਲਿਆ ਗਿਆ, ਉਹਨਾਂ ਨੇ ਇਹ ਫੈਸਲਾ ਲੈਣਾ ਹੈ। ਪਰ ਜਿਹੜਾ ਜ਼ਿਕਰ ਅਸੀਂ ਕਰ ਰਹੇ ਹਾਂ ਜਗਨ ਮੋਹਨ ਰੈੱਡੀ ਔਰ ਨਵੀਨ ਪਟਨਾਇਕ ਦਾ, ਜਿਨ੍ਹਾਂ ਦੇ 9 ਮੈਂਬਰ ਨੇ ਜਿਨ੍ਹਾਂ ਦੀ ਪਾਰਟੀ ਦੇ, ਉਹਨਾਂ ਦੋਨਾਂ ਦਾ ਕੀ ਰੁਖ ਰਹਿੰਦਾ, ਕਿਉਂਕਿ ਉਹਨਾਂ ਤੇ ਸਸਪੈਂਸ ਬਰਕਰਾਰ ਹੈ। 2014 ਤੋਂ ਲੈ ਕੇ ਹੁਣ ਤੱਕ ਕਈ ਐਸੇ ਮੌਕੇ ਆਏ ਨੇ ਜਦੋਂ ਉਹਨਾਂ ਨੇ ਭਾਜਪਾ ਦਾ ਸਮਰਥਨ ਕੀਤਾ ਜਾਂ ਉਹ ਵਾਕਆਊਟ ਕਰਕੇ ਚਲੇ ਗਏ ਵੋਟਿੰਗ ਦੇ ਵੇਲੇ। ਜੇ ਵੋਟਿੰਗ ਦੇ ਵੇਲੇ ਕੋਈ ਵੀ ਪਾਰਟੀ ਵਾਕਆਊਟ ਕਰਕੇ ਚਲੀ ਜਾਵੇ ਤਾਂ ਫਿਰ ਗਿਣਤੀ ਉਨੀ ਜ਼ਰੂਰਤ ਨਹੀਂ ਪੈਂਦੀ, ਗਿਣਤੀ ਘਟ ਜਾਂਦੀ ਹੈ ਔਰ ਫਿਰ ਸਿੱਧਾ ਜਿਹੜੀ ਧਿਰ ਬਿੱਲ ਪਾਸ ਕਰਾਉਣਾ ਚਾਹੁੰਦੀ ਹੈ ਉਸ ਧਿਰ ਦੇ ਹੱਕ 'ਚ ਚਲਾ ਜਾਂਦਾ ਹੈ। ਪਿਛਲੇ 2-3 ਇੰਸੀਡੈਂਟ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਾਂਗੇ, ਜਾਂ ਜਿਹੜੇ ਬਿੱਲ ਲੈ ਕੇ ਆਂਦੇ, ਜਿਹਦੇ 'ਚ 3 ਤਲਾਕ ਦਾ ਬਿੱਲ ਸੀ, ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦਾ ਜਿਹੜਾ ਸੀਗਾ ਉਹ ਬਿੱਲ ਸੀ, ਜਾਂ CAA ਦਾ ਸੀ। ਉਹ ਇਹਨਾਂ ਮੌਕਿਆਂ ਤੇ ਨਵੀਨ ਪਟਨਾਇਕ ਔਰ ਜਿਹੜੀ ਦੂਸਰੀ ਪਾਰਟੀ ਸੀਗੀ ਜਿਹੜੀ YSR, ਜਿਹਦਾ ਅਸੀਂ ਜ਼ਿਕਰ ਕਰ ਰਹੇ ਜਗਨ ਮੋਹਨ ਰੈੱਡੀ ਦੀ, ਇਹਨਾਂ ਵੱਲੋਂ ਮੌਕੇ ਤੇ ਵਾਕਆਊਟ ਕੀਤਾ ਗਿਆ ਔਰ ਉਸ ਕਰਕੇ ਨੰਬਰ ਗੇਮ ਘਟ ਗਈ ਤੇ ਬਿੱਲ ਪਾਸ ਹੋ ਜਾਂਦੇ ਸੀ। ਪਰ ਹੁਣ ਕਿਉਂਕਿ ਜਿਹੜੀ ਅਸਲ ਤਸਵੀਰ ਖੜੀ ਆ ਉਹ ਕਾਂਗਰਸ ਔਰ ਉਹਨਾਂ ਤੇ ਹੈ, ਕਿਉਂਕਿ ਜੇ UPA ਸਮਰਥਨ ਕਰਦੀ ਹੈ ਫਿਰ ਹੀ ਬਾਕੀ ਦਲ ਉਹਦੇ ਨਾਲ ਜੁੜ ਕੇ ਫਿਰ ਹੀ ਆંકੜਾ ਜਿਹੜਾ ਐਸਾ ਹੈ BJP ਨੂੰ ਰੋਕ ਸਕਦੇ। ਅਦਰਵਾਈਜ਼ ਜੇ ਵਾਕਆਊਟ ਵੀ ਕਰ ਗਏ ਤਾਂ ਫਿਰ ਸਿੱਧਾ ਉਹ BJP ਦਾ ਫਾਇਦਾ ਹੋਏਗਾ ਔਰ ਇਹ ਬਿੱਲ ਪਾਸ ਹੋਣਗੇ। ਸੋ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਬਹੁਤ ਸਾਰੀਆਂ, ਔਰ ਇਹ ਸਾਰਾ ਜਿਹੜਾ ਹੈ ਜੋੜ ਘਟਾਓ ਹੈ ਜਿਹੜਾ ਅਸੀਂ ਇਸ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਇਸ ਤਰੀਕੇ ਨਾਲ ਗੇਮ ਬਣਦੀ ਹੈ ਤਾਂ ਫਿਰ ਅਰਵਿੰਦ ਕੇਜਰੀਵਾਲ ਉਸ ਬਿੱਲ ਨੂੰ ਰੁਕਵਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਰਾਜ ਸਭਾ ਦੇ ਵਿੱਚ। ਪਰ ਜੇ ਇਹ ਗੇਮ ਨਹੀਂ ਬਣੀ, ਜਿਹਦੀ ਕਿ BJP ਵੀ ਪੂਰੀ ਕੋਸ਼ਿਸ਼ ਕਰੇਗੀ ਇਸ ਨੂੰ ਪਾਸ ਕਰਾਉਣ ਦੀ, ਇਹ ਮੌਨਸੂਨ ਸੈਸ਼ਨ ਆ ਰਿਹਾ ਉਸ ਦੇ ਵਿੱਚ ਦੇਖਣਾ ਹੋਏਗਾ। ਪਰ ਇਹ ਅਸੀਂ ਐਕਸਪਲੇਨਰ ਇਸ ਕਰਕੇ ਦਰਸ਼ਕਾਂ ਦੇ ਸਾਹਮਣੇ ਰੱਖਿਆ ਕਿ ਪਤਾ ਚੱਲ ਜਾਵੇ ਕਿ ਜਿਹੜੇ ਸਦਨ ਨੇ ਉੱਥੇ ਜਦੋਂ ਕਿਸੇ ਬਿੱਲ ਨੂੰ ਪਾਸ ਕਰਾਉਣਾ ਹੈ ਜਾਂ ਜਿਹੜਾ ਆંકੜਾ ਹੁੰਦਾ ਹੈ ਉਹ ਕਿਸ ਤਰੀਕੇ ਨਾਲ ਵੈਰੀ ਕਰਦਾ, ਕਿਵੇਂ ਉਹਦੀ ਅਹਿਮੀਅਤ ਹੁੰਦੀ ਹੈ। ਮੈਂਬਰ ਬਿੱਲ ਪਾਸ ਕਰਾਉਣ ਦੇ ਵਿੱਚ ਸਹਿਮਤੀ ਪ੍ਰਗਟ ਕਰਦੇ ਆ ਫਿਰ ਹੀ ਉਹ ਬਿੱਲ ਪਾਸ ਹੁੰਦਾ, ਨਹੀਂ ਤੇ ਫਿਰ ਜੇ ਮੈਂਬਰ ਸਹਿਮਤੀ ਨਾ ਦੇਣ ਤਾਂ ਫਿਰ ਉਹ ਬਿੱਲ ਕਈ ਵਾਰੀ ਲਟਕ ਜਾਂਦਾ ਹੈ। ਸੋ ਇਸ ਐਕਸਪਲੇਨਰ ਦੇ ਜ਼ਰੀਏ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਖਾਸ ਕਰਕੇ ਜਿਹੜਾ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ ਉਹ ਹੈ ਕੀ, ਉਸ ਦਾ ਮਤਲਬ ਕੀ ਹੈ ਔਰ ਕਿਵੇਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਰੁਕਵਾਉਣ ਦੀਆਂ, ਪਾਸ ਹੋਣ ਤੋਂ ਰੋਕਣ ਦੀਆਂ। ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਕਾਫੀ ਕੁਝ ਇਸ ਤੋਂ ਸਮਝ ਆਇਆ ਹੋਵੇਗਾ। ਫਿਰ ਇੱਕ ਨਵਾਂ ਐਕਸਪਲੇਨਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।